ਜਪਜੀ ਸਾਹਿਬ ਦੀ ਬਾਣੀ ਦਾ ਅਧਿਐਨ ਕਰਨ ਉਪਰੰਤ ਪੰਜਾਬੀ ਦਾ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਆਪਣੀ ਪੁਸਤਕ 10 ਮਾਸਟਰਸ ਦੇ ਪੰਨਾ 135 'ਤੇ ਲਿਖਦਾ ਹੈ ਕਿ ਗੁਰੂ ਨਾਨਕ's song Japji marks him a creator whose genius puts its seal on ages। ਭਾਵ ਗੁਰੂ ਨਾਨਕ ਸਾਹਿਬ ਜੀ ਦੀ ਰਾਗਮਈ ਬਾਣੀ ਜਪਜੀ ਨੇ ਗੁਰੂ ਨਾਨਕ ਨੂੰ ਸਿਰਜਣਹਾਰ ਬਣਾ ਦਿੱਤਾ ਹੈ ਅਤੇ ਜਿਸ ਦੀ ਸ੍ਰੇਸ਼ਟ ਬੁੱਧੀ ਨੇ ਸਮੇਂ ਨੂੰ ਮੋਹਰ ਬੰਦ ਕਰ ਦਿੱਤਾ ਹੈ। ਬੰਗਾਲੀਆਂ ਨੇ ਜਦ ਜਪਜੀ ਸਾਹਿਬ ਦਾ ਅਧਿਐਨ ਕੀਤਾ ਤਾਂ ਉਹਨਾਂ ਨੇ ਇਸ ਬਾਣੀ ਨੂੰ ਗਣ ਗੀਤਾ ਦੀ ਉਪਾਧੀ ਨਾਲ ਨਿਵਾਜਿਆ, ਜਿਸ ਦੇ ਅਰਥ ਹਨ ਆਮ ਮਨੁੱਖਾਂ ਦੇ ਸਰਬ ਕਲਿਆਣ ਦੀ ਬਾਣੀ। ਸਿੱਧ ਗੋਸ਼ਟ। ਇਹ ਗੋਸ਼ਟ ਸਿੱਧਾਂ ਦੀ ਗੁਰੂ ਨਾਨਕ ਸਾਹਿਬ ਨਾਲ ਹੋਏ ਲੰਮੇ ਸੰਵਾਦ 'ਤੇ ਆਧਾਰਿਤ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ, ਜੋਗੀਆਂ, ਮੱਠਾਂ ਤੇ ਸਾਧਕਾਂ ਨੂੰ ਦੁਨੀਆ ਨੂੰ ਤਿਆਗਣ ਦੀ ਥਾਂ ਦੁਨੀਆ ਵਿੱਚ ਕਮਲ ਦੇ ਫੁੱਲ ਵਾਂਗਰਾਂ ਜੀਵਨ ਜੀਣ ਦੀ ਸੋਝੀ ਕਰਾਈ। ਸਾਰੀ ਵਾਰਤਾਲਾਪ 73 ਪੌੜੀਆਂ ਵਿੱਚ ਅੰਕਿਤ ਹੈ। ਸਿੱਧਾਂ ਨਾਲ ਗੁਰੂ ਸਾਹਿਬ ਦੀਆਂ ਕਈ ਮੁਲਾਕਾਤਾਂ ਹੋਈਆਂ, ਜਿਨ੍ਹਾਂ ਨੂੰ ਇਹੀ ਚਿੰਤਾ ਖਾ ਰਹੀ ਸੀ ਕਿ ਨਾਨਕ ਬਾਜੀ ਮਾਰ ਗਿਆ ਹੈ ਅਤੇ ਭਾਰਤ ਦੀ ਇਸ ਧਾਕ ਜੰਮ ਰਹੀ ਹੈ। ਨਾਨਕ ਮੱਤੇ ਭਲੀ ਭੀਤ ਦੀ ਗੋਸ਼ਟ ਸਮੇਂ ਤਾਂ ਸਿੱਧਾਂ ਨੇ ਗੁਰੂ ਨਾਨਕ ਅੱਗੇ ਲਿਖਤੀ ਹਾਰ ਮੰਨੀ। ਇਸ ਤੋਂ ਪਹਿਲਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਇੱਥੇ ਤੱਕ ਵੀ ਕਿਹਾ ਕਿ ਜੇ ਤੂੰ ਆਪਣਾ ਕਲਿਆਣ ਚਾਹੁੰਦਾ ਹੈ ਤਾਂ ਚੰਗੀ ਗੱਲ ਹੈ ਕਿ ਤੂੰ ਗੋਰਖਨਾਥ ਦਾ ਚੇਲਾ ਬਣ ਜਾ। ਜੇ ਅੱਗੇ ਜੀਵਨ ਕੀ ਚਾਹੋ ਤੋ ਗੁਰੂ ਕਰ ਗੋਰਖ ਕੋ ਆਹੋ। ਭੰਗਰ ਨਾਥ ਜੋਗੀ ਨੇ ਤਾਂ ਗੁਰੂ ਜੀ ਨੂੰ ਸ਼ਰਾਪ ਤੱਕ ਦੇਣ ਦਾ ਵੀ ਡਰਾਵਾ ਦਿੱਤਾ, ਪਰ ਗੁਰੂ ਜੀ 'ਤੇ ਅਸਰ ਨਾ ਹੋਇਆ। ਗੁਰੂ ਸਾਹਿਬ ਜੋਗੀਆਂ ਨਾਲ ਹੋਈ ਚਰਚਾ ਵਿੱਚ ਉਹਨਾਂ ਨੂੰ ਸਮਝਾਉਂਦੇ ਹਨ ਕਿ ਜੋਗ ਸਰੀਰ 'ਤੇ ਸਵਾਹ ਮਲਣ, ਕੰਨਾਂ ਵਿੱਚ ਮੁੰਦਰਾ ਪਾਉਣ, ਸ਼ੰਖ ਵਜਾਉਣ, ਸਿਰ ਮੂੰਹ ਮਨਾਉਣ ਵਿੱਚ ਨਹੀਂ, ਸਗੋਂ ਇਸ ਦੀ ਪ੍ਰਾਪਤੀ ਅਪਵਿੱਤਰਤਾ ਵਿੱਚ ਪਵਿੱਤਰ ਰਹਿਣ ਵਿੱਚ ਹੈ। ਗੁਰੂ ਸਾਹਿਬ ਜੋਗੀਆਂ ਦੀਆਂ ਅਰਥਹੀਣ ਗੱਲਾਂ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ ਅਤੇ ਸਗੋਂ ਇਸ ਦੇ ਉਲਟ ਇਹ ਕਹਿੰਦੇ ਸਨ ਕਿ ਜੇਕਰ ਆਪ ਕਸ਼ਟ ਝੱਲ ਕੇ ਦੂਜੇ ਨੂੰ ਸੁੱਖ ਪਹੁੰਚਾਇਆ ਜਾ ਸਕਦਾ ਹੈ ਤਾਂ ਅਜਿਹਾ ਕਰਨਾ ਐਨ ਫਰਜ਼ ਹੈ। ਉਹ ਸ਼ਬਦ ਵਿੱਚ ਮਨ ਲਾਉਣ ਦਾ ਸੁਨੇਹਾ ਦਿੰਦੇ ਰਹੇ, ਕਿਉਂਕਿ ਇਸ ਨਾਲ ਮਾਣ ਵੱਧਦਾ ਹੈ, ਪ੍ਰਭੂ ਤੱਕ ਰਸਾਈ ਹੁੰਦੀ ਹੈ। ਉਹ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਸੀ ਕਿ ਧਰਤੀ 'ਤੇ ਵੀ ਇਸੇ ਭਾਵਨਾ ਨਾਲ ਵਿਚਰੋ। ਪਰਮਾਤਮਾ ਨੇ ਇਸ ਨੂੰ ਮਨੁੱਖੀ ਮਨ ਦੇ ਵਿਕਾਸ ਲਈ ਸਾਜਿਆ ਹੈ, ਗੁਰਮੁਖ ਬਣਾਉਣ ਲਈ ਸਾਜਿਆ ਹੈ। ਇਹ ਧਰਮਸਾਲ ਹੈ, ਇਸ ਤੋਂ ਭੱਜੋ ਨਾ, ਇਸ ਵਿੱਚ ਰਹਿ ਕੇ ਮਾਇਆ ਨੂੰ ਜਿੱਤੋ। ਕਿਸੇ ਚੀਜ਼ ਦੀ ਉਤਪਤੀ ਤੇ ਨਾਸ ਹੋਣਾ ਉਸ ਦੀ ਖੇਡ ਹੈ ਜਿਸ ਨੂੰ ਉਹੀ ਜਾਣਦਾ ਹੈ। ਸ਼ਬਦ ਦੀ ਉਤਪਤੀ ਉਸਤਤੀ ਰਾਹੀਂ ਧਾਰਮਿਕ ਸਫ਼ਰ ਵਿੱਚ ਅੱਗੇ ਵਧੋ, ਕਿਉਂਕਿ ਇਹ ਸ਼ਬਦ ਪਰਮਾਤਮਾ ਦਾ ਸੁੱਚਾ ਹਸਤਾਖਰ ਹੈ। ਓਅੰਕਾਰ ਬਾਣੀ। 54 ਪਦਿਆਂ ਵਿੱਚ ਅੰਕਿਤ ਇਹ ਰਚਨਾ ਰਾਗ ਰਾਮ ਕਲੀ ਵਿੱਚ ਪ੍ਰਗਟ ਹੈ। ਇਸ ਵਿੱਚ ਸੁੱਖ ਚਾਹੁਣ ਵਾਲੇ ਮਨੁੱਖ ਦੀ ਅਵਸਥਾ ਤੇ ਉਸ ਦੇ ਸਤਿਗੁਰ ਦਾ ਵਰਣਨ ਕੀਤਾ ਹੈ। ਇਸ ਬਾਣੀ ਦੇ ਆਧਾਰ 'ਤੇ ਗੁਰੂ ਸਾਹਿਬ ਨੇ ਇੱਕੋ ਪਰਮਾਤਮਾ ਨੂੰ ਹੀ ਸਭ ਕੁਝ ਮੰਨਿਆ ਹੈ। ਸੱਚੇ ਗਿਆਨ ਅਤੇ ਸੱਚੇ ਗੁਰੂ ਦੀ ਘਾਟ ਕਾਰਨ ਮਨੁੱਖ ਮਾਇਆ ਰੂਪੀ ਜਗਤ ਨੂੰ ਅਸਲ ਸਮਝ ਕੇ ਇਸ ਪਿੱਛੇ ਅੰਨਾ ਹੋ ਕੇ ਦੌੜਦਾ ਫਿਰਦਾ ਹੈ। ਮਾਇਆ ਤੋਂ ਛੁਟਕਾਰਾ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ। ਹਉਮੈ ਤੇ ਗਰਭ ਨੂੰ ਮਿਟਾਇਆ ਹੀ ਜੀਵ ਨਾਮ ਦੇ ਪ੍ਰਕਾਸ਼ ਨਾਲ ਅਗਿਆਨਤਾ ਨੂੰ ਨਾਸ਼ ਕਰ ਸਕਦਾ ਹੈ। ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੁਬਿਧਾ ਕਾਰਨ ਹੀ ਸਾਰੇ ਦੁੱਖ ਹਾਵੀ ਹੋਏ ਦਿਸਦੇ ਹਨ। ਮਾਇਆ ਦਾ ਇਹ ਦੰਭੀ ਸੁਭਾਅ ਹੈ ਕਿ ਇਹ ਧੀਰਜ ਦੀ ਥਾਂ ਧੱਕੇ ਹੀ ਦਵਾਉਂਦੀ ਹੈ। ਪੱਟੀ। ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਪੱਟੀ ਰਾਗ ਆਸਾ ਵਿੱਚ ਸੰਕਲਿਤ ਹੈ। ਇਸ ਦੇ 35 ਪਦਿਆਂ ਦੁਆਰਾ ਪਰਮਾਤਮਾ ਦੀ ਉਸਤਤ ਕਰਕੇ ਉਸ ਦੀ ਪ੍ਰਾਪਤੀ 'ਤੇ ਬਲ ਦਿੱਤਾ ਗਿਆ ਹੈ। ਪੱਟੀ ਦਾ ਮੁੱਖ ਵਿਸ਼ਾ ਪ੍ਰਭੂ ਭਗਤੀ ਤੇ ਮਨੁੱਖੀ ਆਦਰਸ਼ ਅਤੇ ਮਾਇਆ ਦੀ ਬੇਲੋੜੀ ਖਿੱਚ ਤੋਂ ਬਚਣਾ ਹੈ। ਇਸ ਵਿੱਚ ਕਈ ਢੰਗ ਤਰੀਕਿਆਂ ਦੁਆਰਾ ਪ੍ਰਭੂ ਦਾ ਸਿਮਰਨ ਅਤੇ ਪ੍ਰਭੂ ਭਗਤੀ ਦੀ ਮਹਾਨਤਾ ਦੱਸੀ ਗਈ ਹੈ। ਸਪਸ਼ਟ ਕੀਤਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸਾਰਾ ਜੀਵਨ ਚੱਲਦਾ ਹੈ ਅਤੇ ਪ੍ਰਭੂ ਦੀ ਭਗਤੀ ਹੀ ਮਨੁੱਖੀ ਜੀਵਨ ਦਾ ਆਦਰਸ਼ ਹੈ। ਇਸ ਲਈ ਵਿਅਰਥ ਧੰਦਿਆਂ ਨੂੰ ਛੱਡ ਕੇ ਪ੍ਰਭੂ ਦਾ ਨਾਮ ਜਪਣਾ ਜ਼ਰੂਰੀ ਹੈ ਅਤੇ ਲਾਭਦਾਇਕ ਕਰਮ ਹੈ, ਜਿਸ ਨੂੰ ਵਾਹ ਲੱਗਦੇ ਹੱਥੋਂ ਨਹੀਂ ਜਾਣਾ ਚਾਹੀਦਾ। 12 ਮਾਹ। ਗੁਰੂ ਨਾਨਕ ਦੇਵ ਜੀ ਦੀ ਰਾਗ ਤੁਖਾਰੀ ਵਿੱਚ ਲਿਖਿਆ 12 ਮਾਹ ਇੱਕ ਅਧਿਆਤਮਕ ਬਿਰਹੋਂ ਕਾਵਿ ਹੈ। ਇਸ ਵਿੱਚ ਪ੍ਰਭੂ ਮਿਲਾਪ ਲਈ ਤਾਂਘਦੀ ਤੇ ਲੁਸ਼ਦੀ ਹੋਈ ਬਿਰਹਣ ਨਾਇਕਾ ਹੈ, ਜਿਸ ਦੇ ਮਾਹ ਮਿਲਣ ਦੀ ਅਲੌਕਿਕ ਅਵਸਥਾ ਦਾ ਵਿਸਮਾਦ ਨਿਰੂਪਣ ਕੀਤਾ ਗਿਆ ਹੈ।
12ਵਾਂ ਬਾਣੀ ਦਾ ਕੇਂਦਰੀ ਵਿਸ਼ਾ ਅਧਿਆਤਮ ਰਹੱਸਵਾਦ ਹੈ, ਜਿਸ ਵਿੱਚ ਬਿਰਹੋਂ ਦੀ ਬੇਬਲਤਾ ਅਤੇ ਸੋਝ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਗੱਲ 'ਤੇ ਜ਼ੋਰ ਪਾਇਆ ਗਿਆ ਹੈ ਕਿ ਜੇਕਰ ਪਰਮਾਤਮਾ ਨਾਲ ਮੇਲ ਹੋ ਜਾਵੇ ਤਾਂ ਸਾਰੇ ਮਹੀਨੇ ਤੇ ਤਿੱਥਾਂ ਚੰਗੀਆਂ ਭਾਸਣ ਲੱਗ ਪੈਂਦੀਆਂ ਹਨ। ਇਸ ਬਾਣੀ ਵਿੱਚ ਗੁਰੂ ਜੀ ਵੱਲੋਂ ਵਿਛੋੜੇ ਨਾਲ ਤੜਪਦੀ ਆਤਮਾ ਨੂੰ ਮੌਲਿਕ ਢੰਗਾਂ ਨਾਲ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ। ਬਿਰਹੋਂ ਵੀ ਆਪਣੇ ਆਪ ਵਿੱਚ ਸੁਲਤਾਨ ਹੈ। ਥਿੱਤੀ। ਬਿਲਾਵਲ ਰਾਗ ਦੇ 20 ਪਦਿਆਂ ਦੀ ਇਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਸੂਰਜ ਨੂੰ ਛੱਡ ਕੇ ਚੰਦਰਮਾ ਦੀ ਗਤੀ ਅਨੁਸਾਰ ਮੰਨੀਆਂ ਜਾਂਦੀਆਂ ਥਿੱਤਾਂ ਦਾ ਅਧਿਆਤਮਕ ਵਿਸ਼ਲੇਸ਼ਣ ਕੀਤਾ ਹੈ। ਲੋਕ ਧਾਰਨਾ ਹੈ ਕਿ ਵਿਸ਼ੇਸ਼ ਦਿਨਾਂ ਅਤੇ ਤਿਥੀਆਂ ਦੇ ਕੀਤੇ ਕਰਮ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਗੁਰੂ ਸਾਹਿਬ ਇਸ ਸੋਚ ਤੋਂ ਡਟ ਕੇ ਖੰਡਨ ਕਰਦੇ ਹਨ ਅਤੇ ਅਜਿਹਾ ਬਿਲਕੁਲ ਨਹੀਂ ਮੰਨਦੇ। ਉਨ੍ਹਾਂ ਨੇ ਇਹਨਾਂ ਰੂੜੀਵਾਦੀ ਲੋਕਾਂ ਦੇ ਵਿਚਾਰਾਂ ਅਤੇ ਥਿੱਤਾਂ, ਵਾਰਾਂ ਅਤੇ ਭਰਮਾਂ ਦੇ ਮੁਕਾਬਲੇ ਭਗਤੀ, ਗਿਆਨ ਅਤੇ ਵਿਰਾਗ ਨੂੰ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਬਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਪਰਮਾਤਮਾ ਹੀ ਹੈ ਜੋ ਅਮਰ ਤੇ ਅਜੂਨੀ ਹੈ। ਇਸ ਬਾਣੀ ਵਿੱਚ ਬਾਹਰਲੇ ਭਰਮਾਂ ਅਤੇ ਪਖੰਡਾਂ ਦੀ ਥਾਂ ਨਾਮ ਦੀ ਸਿੱਧੀ 'ਤੇ ਜ਼ੋਰ ਦਿੱਤਾ ਗਿਆ ਹੈ, ਕਿਉਂਕਿ ਨਾਮ ਦੇ ਤੁਲ ਕੁਝ ਵੀ ਨਹੀਂ। ਇਸ ਨਾਮ ਨੇ ਹੀ ਸਭ ਮਰਿਆਦਾ ਵਿੱਚ ਬੰਨ੍ਹਿਆ ਹੋਇਆ ਹੈ। ਆਰਤੀ। ਪੁਰਾਤਨ ਜਨਮ ਸਾਖੀ ਪੰਨਾ 107 ਅਨੁਸਾਰ ਵਈ ਨਦੀ ਪ੍ਰਵੇਸ਼ ਵੇਲੇ ਪਰਮਾਤਮਾ ਦੀ ਦਰਗਾਹ ਤੋਂ ਸਰੋਪਿਓ ਪ੍ਰਾਪਤ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਸ਼ਬਦ ਦਾ ਉਚਾਰਨ ਕੀਤਾ। ਇਸ ਬਾਣੀ ਰਾਹੀਂ ਜਗਿਆਸੂ ਨੂੰ ਵਿਰਾਟ ਆਰਤੀ ਵਿੱਚ ਲੀਨ ਹੋਣ ਦਾ ਸੰਦੇਸ਼ ਦਿੱਤਾ, ਜੋ ਹਰ ਵਕਤ ਅਕਾਲ ਉਸਤਤ ਵਿੱਚ ਹੋ ਰਹੀ ਹੈ, ਜਿਸ ਵਿੱਚ ਆਸਮਾਨ ਨੂੰ ਥਾਲ ਸਮਝਿਆ ਹੈ, ਤਾਰਿਆਂ ਨੂੰ ਉਸ ਥਾਲ ਵਿੱਚ ਦੀਵੇ ਜਗਾ ਕੇ ਰੱਖਿਆ ਗਿਆ ਹੈ। ਸਾਰੀ ਬਨਸਪਤੀ ਅਗਰਬੱਤੀ ਦੀ ਭੂਮਿਕਾ ਨਿਭਾਉਂਦੀ ਹੋਈ ਹਰ ਪਾਸੇ ਖੁਸ਼ਬੂ ਤੇ ਪਵਿੱਤਰਤਾ ਬਖੇਰ ਰਹੀ ਹੈ। ਅਜਿਹੀ ਆਰਤੀ ਹੀ ਪਰਮਾਤਮਾ ਦੀ ਹਸਤੀ ਲਈ ਸ਼ੋਭਨੀਕ ਸਮਝੀ ਜਾਂਦੀ ਹੈ। ਇਸ ਤੋਂ ਘੱਟ ਤਾਂ ਰਸਮ ਪੂਰਤੀ ਤੋਂ ਵੱਧ ਕੁਝ ਵੀ ਨਹੀਂ। ਪਾਰਬ੍ਰਹਮ ਦੀ ਇਸ ਅਗੰਮੀ ਖੇਡ ਦੀਆਂ ਗੱਲਾਂ ਹੀ ਨਿਆਰੀਆਂ ਹਨ, ਜਿਨ੍ਹਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇ ਤਾਂ ਵੀ ਕਾਮਯਾਬੀ ਨਹੀਂ ਮਿਲ ਸਕਦੀ। ਅਭਿਲਾਸ਼ੀ ਦੇ ਇਸ ਦੌਰ ਵਿੱਚ ਵਿਚਰਦਿਆਂ ਇਸ ਦੀ ਵਿਸ਼ਾਲਤਾ ਦੇਖ ਕੇ ਵਿਸਮਾਦਤਾ ਦਾ ਸਰੂਰ ਛਾਇਆ ਜਾਂਦਾ ਹੈ। ਉਹ ਹੁਣ ਇਸ ਗੱਲ ਵਿੱਚ ਉਦਮਸ਼ੀਲ ਹੁੰਦਾ ਹੈ ਕਿ ਉਹ ਆਪਣੀ ਆਤਮਾ ਨੂੰ ਰੱਬੀ ਨੂਰ ਨਾਲ ਰੁਸ਼ਨਾਹ ਕਰਕੇ ਪਰਮਾਤਮਾ ਦੀ ਮਿਹਰ ਦਾ ਪਾਤਰ ਬਣ ਸਕੇ। ਆਸਾਂ ਦੀ ਵਾਰ। ਜਪਜੀ ਸਾਹਿਬ ਦੀ ਬਾਣੀ ਤੋਂ ਮਗਰੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਸਾਂ ਦੀ ਵਾਰ ਦੀ ਆਪਣੀ ਹੀ ਮਹੱਤਤਾ ਹੈ। ਗੁਰੂ ਨਾਨਕ ਸਾਹਿਬ ਦੀ ਉਕਤ ਦੱਸੀ ਸਾਰੀ ਬਾਣੀ ਸ਼ਬਦ ਗੁਰੂ ਦੀ ਸਿਰਜਣਾ ਦੇ ਆਧਾਰੇ ਬਣੀ। ਬਹੁ ਪ੍ਰਕਾਰੀ ਮਹੱਤਤਾ ਕਾਰਨ ਇਸ ਵਾਰ ਨੂੰ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਇਸ ਵਾਰ ਵਿੱਚ ਸਮਾਜਿਕ, ਧਾਰਮਿਕ ਰਸਮਾਂ, ਕਰਮਕਾਂਡਾਂ, ਰਾਜਸੀ ਅਤੇ ਸੱਭਿਆਚਾਰਕ ਉਦਯੋਗਤੀਆਂ ਬਾਰੇ ਬੜਾ ਦ੍ਰਿੜਤਾ ਨਾਲ ਕਿਹਾ ਗਿਆ ਹੈ। ਹਉਮੈ ਕਾਰਨ ਸ਼ਰਮ, ਧਰਮ ਦਾ ਅਲੋਪ ਹੋ ਜਾਣਾ, ਸੱਭਿਆਚਾਰ ਦੀ ਗਿਰਾਵਟ, ਹਾਕਮ ਵਰਗ ਦੀਆਂ ਕਰਤੂਤਾਂ ਦਾ ਖੁੱਲ੍ਹ ਬੜੀ ਬੇਬਾਕੀ ਨਾਲ ਜ਼ਿਕਰ ਕੀਤਾ ਗਿਆ ਹੈ। ਗੁਰੂ ਦੇ ਮਹੱਤਮ ਤੇ ਨਾਮ ਦੀ ਮਹਾਨਤਾ 'ਤੇ ਜ਼ੋਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਅਕਾਲ ਪੁਰਖ ਦੇ ਰਚੇ ਸਾਰੇ ਖੰਡ ਬ੍ਰਹਿਮੰਡ ਸੱਚੇ ਹਨ। ਕਾਦਰ ਆਪਣੀ ਕੁਦਰਤ ਨੂੰ ਆਪਣੇ ਹੁਕਮ ਅਧੀਨ ਚਲਾ ਰਿਹਾ ਹੈ। ਸਾਰੀ ਕੁਦਰਤ ਵਿੱਚ ਉਹ ਆਪ ਵਿਦਵਾਨ ਹੈ। ਪਰਮਾਤਮਾ ਬੜਾ ਵਚਿੱਤਰ ਹੈ। ਉਹ ਸੱਚੇ ਪ੍ਰੇਮ ਨਾਲ ਰਿਝਦਾ ਹੈ ਕਿ ਇਸ ਲਈ ਦਿਖਾਵੇ ਤੇ ਤਿਲਕ ਜੰਝੂ ਗ੍ਰਹਿਣ ਕਰਨ 'ਚ ਕੁਝ ਵੀ ਨਹੀਂ ਸੰਵਰਨਾ। ਆਸਾਂ ਦੀ ਵਾਰ ਵਿੱਚ ਆਰਥਿਕ ਤੌਰ 'ਤੇ ਕੂੜੀ ਰਾਸ ਕੂੜਾ ਪਸਾਰ ਦਾ ਜ਼ਿਕਰ ਕੀਤਾ ਗਿਆ ਹੈ। ਅੰਧ ਵਿਸ਼ਵਾਸ, ਕੁਰੀਤੀਆਂ ਅਤੇ ਜੋਗੀਆਂ ਦੀਆਂ ਕਰਤੂਤਾਂ ਦਾ ਚੰਗੀ ਤਰ੍ਹਾਂ ਪਾ ਜੁਗਾੜਿਆ ਗਿਆ ਹੈ। ਮਨੁੱਖ ਨੂੰ ਅਕਾਲ ਪੁਰਖ ਦੀ ਟੇਕ ਦੇ ਹੁਕਮ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸਦੇ ਮੁਕਾਬਲੇ ਸਭ ਕੁਝ ਹੇਚ ਹੈ, ਨਦਾਨੀ ਹੈ, ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਬੇਲੋੜੀ ਤੇ ਬੇਥਵੀ ਕਾਰਵਾਈ ਹੈ। ਸਭ ਕੁਝ ਛੱਡ ਕੇ ਸ਼ਬਦ ਦੇ ਓਟ ਆਸਰੇ ਨੂੰ ਅਪਣਾਉਣਾ ਚਾਹੀਦਾ ਹੈ। ਆਸਾਂ ਕੀ ਵਾਰ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ ਮਾਝ ਦੀ ਵਾਰ, ਮਲ੍ਹਾਰ ਦੀ ਵਾਰ ਵੀ ਕਮਲਵੰਤ ਕੀਤੀ ਹੈ ਅਤੇ ਇਹਨਾਂ ਵਿੱਚ ਜੀਵਨ ਵਿੱਚ ਪਸਰੀਆਂ ਬੇਲੋੜੀਆਂ ਗੱਲਾਂ ਦਾ ਖੰਡਨ ਕੀਤਾ ਹੈ ਅਤੇ ਸੱਚ ਤੇ ਅਕਾਲ ਪੁਰਖ ਦੀ ਵੱਡਿੱਤਣ ਨੂੰ ਪਛਾਣਨ 'ਤੇ ਜ਼ੋਰ ਦਿੱਤਾ ਹੈ। ਅਗਲੀਆਂ ਗੁਰੂ ਜੋਤਾਂ ਨੇ ਵੀ ਆਪਣੀ ਇਲਾਹੀ ਬਾਣੀ ਨਾਨਕ ਦੇ ਨਾਮ ਦੇ ਤਾਬੇ 'ਤੇ ਰਚ ਕੇ ਅਕਾਲ ਪੁਰਖ ਦੀ ਸੁੱਚੀ ਅਰਾਧਨਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕੀਤਾ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਚਰ ਰਹੇ ਕਈ ਮਹਾਂਪੁਰਸ਼ਾਂ ਦੀ ਬਾਣੀ ਵੀ ਸ਼ਾਮਿਲ ਕਰਕੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਬੜੇ ਸਤਿਕਾਰ ਨਾਲ 1 ਸਤੰਬਰ 1604 ਈਸਵੀ ਨੂੰ ਇਸ ਆਦਿ ਗ੍ਰੰਥ ਸਾਹਿਬ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਰਾਜਮਾਨ ਕਰਕੇ ਭਾਈ ਬੁੱਢਾ ਜੀ ਨੂੰ ਪ੍ਰਥਮ ਗੰਤੀ ਥਾਪ ਕੇ ਇਹਨਾਂ ਦੇ ਮੁਖਾਰ ਬਿੰਦ ਤੋਂ ਪ੍ਰਗਟ ਹੋਇਆ ਨਿਮਨ ਪ੍ਰਥਮ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਾਇਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਸ਼ਬਦ ਦੇ ਸਤਿਕਾਰ ਵਿੱਚ ਇੱਕ ਅਨੋਖੀ ਪਰੰਪਰਾ ਸਾਹਮਣੇ ਆਈ। ਸੰਗਤਾਂ ਇਸ ਨਵੇਂ ਅਧਿਆਤਮਕ ਮਾਹੌਲ ਤੋਂ ਬਹੁਤ ਖੁਸ਼ ਹੋਈਆਂ ਅਤੇ ਹਰਿਮੰਦਰ ਸਾਹਿਬ ਵਿੱਚ ਰੌਣਕਾਂ ਲੱਗ ਗਈਆਂ। ਆਖਰ ਤਲਵੰਡੀ ਸਾਬੋ ਦੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1705 ਈਸਵੀ ਵਿੱਚ
ਗੁਰੂ ਗ੍ਰੰਥ ਸਾਹਿਬ ਦਾ ਇੱਕ ਨਵਾਂ ਸਰੂਪ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਸੀ, ਜਿਸ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਵੀ ਸ਼ਾਮਿਲ ਕੀਤੀ ਗਈ। ਇਸ ਨਵੇਂ ਸਰੂਪ ਨੂੰ 8 ਅਕਤੂਬਰ 1708 ਨੂੰ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਨੰਦੇੜ ਸਾਹਿਬ ਵਿਖੇ ਨਤਮਸਤਕ ਹੋ ਕੇ ਇਹਨਾਂ ਨੂੰ ਗੁਰਗੱਦੀ ਪ੍ਰਦਾਨ ਕਰ ਦਿੱਤੀ। ਇਵੇਂ ਹੀ ਗੁਰੂ ਸਾਹਿਬ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲੀਨ ਹੋ ਗਈ ਅਤੇ ਸਰੀਰਕ ਬਲ ਖਾਲਸੇ ਦੀ ਹਸਤੀ ਵਿੱਚ ਪ੍ਰਵੇਸ਼ ਕਰ ਗਿਆ। ਇਵੇਂ ਸ਼ਬਦ ਸਹੀ ਅਰਥਾਂ ਵਿੱਚ ਪਰਮਾਤਮਾ ਦਾ ਰੂਪ ਹੋ ਗਿਆ। ਉਕੇਤ ਸੰਖੇਪ ਜਿਹੇ ਵਰਣਨ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਵੱਲੋਂ ਸ਼ਬਦ ਗੁਰੂ ਦੀ ਚਲਾਈ ਪ੍ਰਾਪਤੀ 10ਵੇਂ ਜਾਮੇ ਤੱਕ ਪਹੁੰਚ ਕੇ ਜੁਗੋ ਜੁਗੋ ਟਲ ਸ਼ਬਦ ਗੁਰੂ ਦੇ ਰੂਪ ਵਿੱਚ ਇਸ ਧਰਤੀ 'ਤੇ ਸ਼ੋਭਾਮਾਨ ਹੋ ਗਈ ਅਤੇ ਅੱਜ ਇਸ ਨੂਰ ਦਾ ਜ਼ਹੂਰ ਅਤੇ ਪ੍ਰਤਾਪ ਵਿਸ਼ਵ ਮੰਡਲ ਨੂੰ ਆਪਣੇ ਪਵਿੱਤਰ ਰੰਗ ਵਿੱਚ ਰੰਗ ਰਿਹਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।